जी वाहिगुरु जी का खालसा वाहिगुरु जी की फतेह। इस सृष्टि विच बेअंत जीव ਹਨ ਪਰ ਬਹੁਤ ਥੋੜੇ ਹਨ ਜਿਨ੍ਹਾਂ ਦੀ ਧਾਰਮਿਕ ਪੱਖ ਵੱਲ ਰੁਚੀ ਹੈ ਤੇ ਜਿਨ੍ਹਾਂ ਦੀ ਧਰਮ ਵੱਲ ਰੁਚੀ ਹੈ ਉਹਨਾਂ ਵਿੱਚੋਂ ਬਹੁਤੇ ਤਾਂ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ। ਬਹੁਤ ਥੋੜੇ ਜੀਵ ਹਨ ਜਿਨ੍ਹਾਂ ਨੂੰ ਅਨੁਭਵੀ ਪੁਰਸ਼ਾਂ ਦੀ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਨਸੀਬ ਹੋਈ ਹੈ ਤੇ ਜਿਨ੍ਹਾਂ ਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਨਸੀਬ ਹੋਈ ਹੈ ਉਹਨਾਂ ਵਿੱਚੋਂ ਬਹੁਤੇ ਤਾਂ ਉਹਨਾਂ ਦੀ ਬਾਹਰਮੁਖੀ ਸ਼ਖਸੀਅਤ ਦੀ ਸੰਗਤ ਕਰਕੇ ਸੰਤੁਸ਼ਟ ਹੋਏ ਬੈਠੇ ਹਨ। ਕੋਈ ਵਿਰਲੇ ਹਨ ਜਿਹੜੇ ਉਹਨਾਂ ਨਾਲ ਆਤਮਿਕ ਤੌਰ ਤੇ ਲੇਵਾ ਦੇਵੀ ਕਰਦੇ ਹਨ। ਅਸਲੀ ਸਤਸੰਗਤ ਤੋਂ ਭਾਵ ਵੀ ਇਹ ਹੈ ਕਿ ਆਤਮਿਕ ਤੌਰ ਤੇ ਲੇਵਾ ਦੇਵੀ ਕਰਨੀ। ਅਸੀਂ ਗੁਰਮੁਖ ਪਿਆਰਿਆਂ ਦੀ ਆਤਮਾਵਾਂ ਨਾਲ ਕਿਵੇਂ ਲੇਵਾ ਦੇਵੀ ਕਰ ਸਕਦੇ ਹਾਂ ਆਤਮਿਕ ਤੌਰ ਤੇ, ਇਹ ਮੁੱਖ ਵਿਸ਼ਾ ਹੈ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਦਾ। ਇਸ ਤੋਂ ਇਲਾਵਾ ਦੂਜੇ ਭਾਗ ਵਿੱਚ ਸਾਡੀ ਮਾਨਸਿਕ ਗਿਲਾਨੀ ਨੂੰ ਦਰਸਾਇਆ ਗਿਆ ਹੈ ਕਿ ਅਸੀਂ ਆਪਣੀ ਮਾਨਸਿਕ ਗਿਲਾਨੀ ਵਾਲੇ ਕਰਤਬਾਂ ਨੂੰ ਸਤਸੰਗਤ ਦਾ ਨਾਮ ਨਹੀਂ ਦੇ ਸਕਦੇ। ਸੋ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਜਿੱਥੇ ਸਾਨੂੰ ਸੇਧ ਦਿੰਦਾ ਹੈ ਉੱਥੇ ਸਾਡੇ ਮਨ ਦੇ ਖੋਜਣ ਲਈ ਸਹਾਇਕ ਹੈ। ਮਨ ਨੂੰ ਖੋਜਣਾ ਵੀ ਜੀਵਨ ਦੀ ਘਾੜਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਆਓ ਪਿਆਰ ਨਾਲ ਸਰਵਣ ਕਰੀਏ ਸੰਗਤ ਭਾਗ ਤੀਜਾ ਗੁਰਬਾਣੀ ਵਿਚਾਰ ਦਾ ਲੇਖ। ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵੱਡ ਖੇਲ ਤਮਾਸ਼ੇ ਦੀ ਆਪਣੇ ਕਵਾਵ ਅਥਵਾ ਹੁਕਮ ਦੁਆਰਾ ਰਚਨਾ ਕੀਤੀ ਜਿਸ ਨੂੰ ਉਹ ਆਪ ਹੀ ਦੇਖ ਕੇ ਚਾਅ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਓ ਨਾਨਕ ਵਿਕਸੈ ਵੇ ਪਰਵਾਓ। ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ। ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕੇਲਾ। ਜਿਵੇਂ ਛੋਟੇ ਬੱਚੇ ਹੁੰਦੇ ਹਨ ਗੁੱਡੀਆਂ ਪਟੋਲੇ ਆਦਿ ਬਣਾ ਕੇ ਚਾਅ ਨਾਲ ਖੇਡਦੇ ਤੇ ਪ੍ਰਸੰਨ ਹੁੰਦੇ ਹਨ ਤੇ ਫਿਰ ਆਪ ਹੀ ਤੋੜ ਦਿੰਦੇ ਹਨ। ਇਹ ਬੱਚਿਆਂ ਦੀ ਖੇਲ ਇਲਾਹੀ ਵੱਡ ਖੇਲ ਤਮਾਸ਼ਾ ਦੀ ਰਚਨਾਵਲੀ ਦਾ ਹੀ ਸੰਕੇਤ ਹੈ। ਟਾਹੇ ਟਾਏ ਉਸਾਰੇ ਆਪੇ ਹੁਕਮ ਸਵਾਰਨ ਹਾਰੋ। ਭੰਨਣ ਕਰਨ ਸਮਰੱਥ ਹੈ ਉਹ ਪਤ ਸਭ ਪਰ ਲੈ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬਣਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹਨ ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵਾਂ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੀ ਜੀਵਨ ਰੌਂ ਅਥਵਾ ਨਾਮ ਦੇ ਸੂਤ ਵਿੱਚ ਪਰੋ ਦਿੱਤਾ। ਸਗਲ ਸਮਗਰੀ ਤੁਮਰੇ ਸੂਤਰ ਤਾਰੀ। ਆਪਨ ਸੂਤ ਸਭ ਜਗਤ ਪਰੋਏ। ਆਪੇ ਸੂਤ ਆਪੇ ਬਹੁਮਣੀਆਂ ਕਰ ਸਕਤੀ ਜਗਤ ਪਰੋਏ। ਇਸ ਜੀਵਨ ਰੌਂ ਅਥਵਾ ਨਾਮ ਦੀ ਪ੍ਰੀਤ ਡੋਰੀ ਵਿੱਚ ਸਾਰੇ ਜੀਵ ਪਰੋਤੇ ਹੋਏ ਹਨ ਅਤੇ ਇਸ ਪ੍ਰੀਤ ਡੋਰੀ ਰਾਹੀਂ ਸਾਰਿਆਂ ਜੀਵਾਂ ਦਾ ਇੱਕ ਦੂਜੇ ਨਾਲ ਅਤੇ ਅਕਾਲ ਪੁਰਖ ਨਾਲ ਸੰਬੰਧ ਮੇਲ ਜੋਲ ਸੰਗ ਤੇ ਸੰਗਤ ਬਣੀ ਹੋਈ ਹੈ। ਇਸੇ ਨਾਮ ਡੋਰੀ ਅਥਵਾ ਆਤਮਿਕ ਸੂਤ ਦੁਆਰਾ ਹੀ ਜੀਵਾਂ ਦੀ ਆਪਸ ਵਿੱਚ ਅਤੇ ਆਪਣੇ ਕਰਤੇ ਅਕਾਲ ਪੁਰਖ ਵਿਚਕਾਰ ਪਿਆਰ ਦੀ ਖਿੱਚ ਪ੍ਰੀਤ ਦੀ ਡੋਰੀ ਪ੍ਰੀਤ ਦੀ ਤਾਂਗ ਦੁਆਰਾ ਆਤਮਿਕ ਸਾਂਝ ਵਣਜ ਵਪਾਰ ਲੇਵਾ ਦੇਵੀ ਲਾਹਾ ਬਣਿਆ ਹੋਇਆ ਹੈ। ਪਰ ਇਲਾਹੀ ਜੀਵਨ ਰੌਂ ਅਥਵਾ ਨਾਮ ਨਾਲ ਜੀਵ ਦਾ ਆਤਮਿਕ ਸੰਬੰਧ ਮੇਲ ਜੋਲ ਸਾਂਝ ਸੰਗਤ ਲੇਵਾ ਦੇਵੀ ਜੀਵ ਦੀ ਚੇਤਨਤਾ ਧਿਆਨ ਯਾਦ ਸਿਮਰਨ ਵਿਸ਼ਵਾਸ ਸ਼ਰਧਾ ਭਾਵਨੀ ਪ੍ਰੇਮ ਸਵੈਪਨਾ ਰਾਹੀਂ ਉਪਜਦੀ ਪਲ ਦੀ ਮੌਲ ਦੀ ਦ੍ਰਿੜ ਹੁੰਦੀ ਹੈ। ਧਿਆਨ ਦੇਣਾ ਜੀ, ਸਾਡਾ ਆਪਸ ਵਿੱਚ ਇੱਕ ਦੂਜੇ ਨਾਲ ਤੇ ਪਰਮਾਤਮਾ ਦੇ ਵਿਚਕਾਰ ਉਹ ਜਿਹੜੀ ਪ੍ਰੀਤ ਡੋਰੀ ਜਾਂ ਨਾਮ ਦੀ ਸੂਤ ਸਾਡੇ ਅੰਦਰ ਪਰਮਾਤਮਾ ਨੇ ਪਾਇਆ ਹੈ ਉਸ ਦੁਆਰਾ ਲੇਵਾ ਦੇਵੀ ਜਾਂ ਲਾਹਾ ਬਣਿਆ ਹੋਇਆ ਹੈ। ਪਰ ਇਹ ਲਾਹੇ ਦਾ ਵਣਜ ਵਪਾਰ ਉਦੋਂ ਹੁੰਦਾ ਹੈ ਜਦੋਂ ਅਸੀਂ ਸਿਮਰਨ ਕਰਦੇ ਹਾਂ। ਸਿਮਰਨ ਦੁਆਰਾ ਇਸ ਪ੍ਰੀਤ ਡੋਰੀ ਨੂੰ ਯਾਦ ਕਰਦੇ ਹਾਂ ਤਿਉਂ ਇਸ ਦਾ ਅਹਿਸਾਸ ਸਾਡੇ ਅੰਦਰ ਜਾਗਦਾ ਹੈ। ਪਰ ਸਿਮਰਨ ਧਿਆਨ ਨਾਲ ਇਸੇ ਤਰ੍ਹਾਂ ਇਹ ਫਿਰ ਪ੍ਰੀਤ ਡੋਰੀ ਉਪਜਦੀ ਹੈ। ਇਸ ਦਾ ਅਹਿਸਾਸ ਪਾਓ ਪਲ ਦੀ ਮੌਲ ਦੀ ਤੇ ਦ੍ਰਿੜ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਅਤੇ ਨਾਮ ਦੀ ਹੋਂਦ ਦੀ ਬਾਬਤ ਸਾਡੇ ਮਨ ਵਿੱਚ ਅਹਿਸਾਸ ਵਿਸ਼ਵਾਸ ਸ਼ਰਧਾ ਭਾਵਨੀ ਪ੍ਰੇਮ ਸਵੈਪਨਾ ਜਾਗਰਤੀ ਸਾਡੀ ਚੇਤਨਤਾ ਅਥਵਾ ਧਿਆਨ ਦੁਆਰਾ ਹੀ ਹੋ ਸਕਦਾ ਹੈ। 84 ਲੱਖ ਜੂਨਾਂ ਵਿੱਚ ਵੀ ਜੀਵਨ ਰੌਂ ਅਥਵਾ ਨਾਮ ਰਵ ਰਿਹਾ ਭਰਪੂਰ ਹੈ। ਜਿਹੜਾ ਸਾਡੇ ਅੰਦਰ ਇਹ ਪ੍ਰੀਤ ਦੀ ਡੋਰੀ ਹੈ ਉਹਨਾਂ ਵਿੱਚ ਵੀ ਹੈ ਪਰ ਉਹਨਾਂ ਦੀ ਚੇਤਨਤਾ ਅਥਵਾ ਅਹਿਸਾਸ ਕਰਨ ਦੀ ਸ਼ਕਤੀ ਅਤ ਠੁੱਲੀ ਅਤੇ ਨੀਵੀਂ ਹੋਣ ਕਾਰਨ ਉਹਨਾਂ ਨੂੰ ਅੰਤਰਾਤਮੇ ਰਵ ਰਹੀ ਜੀਵਨ ਰੌਂ ਸ਼ਬਦ ਅਥਵਾ ਨਾਮ ਦਾ ਅਹਿਸਾਸ ਜਾਂ ਗਿਆਨ ਨਹੀਂ ਆਉਂਦਾ। 84 ਲੱਖ ਜੂਨਾਂ ਦੇ ਮੁਕਾਬਲੇ ਤੇ ਇਨਸਾਨ ਦੀ ਚੇਤਨਤਾ ਅਥਵਾ ਅਹਿਸਾਸ ਸ਼ਕਤੀ ਅਤ ਸੂਖਮ ਅਤੇ ਤੀਖਣ ਹੈ ਜਿਸ ਕਰਕੇ ਇਨਸਾਨ ਦੀ ਚੇਤਨਤਾ ਹੀ ਕੋਮਲ ਦੇਵੀ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੀ ਹੈ ਤੇ ਇਹਨਾਂ ਦਾ ਆਤਮਿਕ ਰਸ ਤੇ ਪ੍ਰੇਮ ਸਵੈਪਨਾ ਮਾਣ ਸਕਦੀ ਹੈ।
ਸੋ ਜਦੋਂ ਸਾਡੇ ਅੰਦਰ ਅਹਿਸਾਸ ਸ਼ਕਤੀ ਜਾਂ ਚੇਤਨਤਾ ਠੁੱਲੀ ਅਤੇ ਨੀਵੀਂ ਹੋਵੇ ਤਾਂ ਅਸੀਂ ਪਸ਼ੂ ਸਮਾਨ ਹੋ ਜਾਂਦੇ ਹਾਂ, ਕਿਉਂਕਿ ਫਰਕ ਤਾਂ ਸਾਡੀ ਚੇਤਨਤਾ ਦੀ ਸੂਖਮਤਾ ਦਾ ਸੀ। ਜਦੋਂ ਅਸੀਂ ਵੀ ਉਸ ਪ੍ਰੀਤ ਡੋਰੀ ਨੂੰ ਮਹਿਸੂਸ ਨਹੀਂ ਕਰ ਸਕੇ, ਆਤਮਕ ਰਸ ਨਹੀਂ ਮਾਣ ਸਕੇ, ਤਾਂ ਪਸ਼ੂ ਸਮਾਨ ਹੋ ਗਏ। ਪਸ਼ੂ ਵੀ ਖਾਂਦੇ ਪੀਂਦੇ ਜਿੰਦੇ, ਅਸੀਂ ਵੀ ਉਸੇ ਤਰ੍ਹਾਂ। ਅਤੇ ਪਸ਼ੂਆਂ ਵਾਂਗਰ ਆਪਣੇ ਅੰਤਸ਼ਕਰਨ ਅਤੇ ਨੀਵੇਂ ਖਿਆਲਾਂ ਦੇ ਪਰਾਇਣ ਹੋ ਕੇ ਅਚੇਤ ਹੀ ਨੀਵੇਂ ਕਰਮ ਕਰਦੇ ਰਹਿੰਦੇ ਹਾਂ। ਜੋ ਨਾ ਸੁਨੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨਮੁਖ ਅੰਧਲੇ ਗੁਰਮਤ ਨਾ ਪਾਈ, ਪਸ਼ੂ ਪਏ ਅਭਿਮਾਨ ਨਾ ਜਾਈ। ਕਈ ਵਾਰੀ ਆਪਣੀਆਂ ਨੀਵੀਆਂ ਵਾਸ਼ਨਾਵਾਂ ਦੇ ਅਸਰ ਹੇਠ ਅਸੀਂ ਪਸ਼ੂਆਂ ਤੋਂ ਵੀ ਨੀਵੇਂ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜਿਉਂ ਕੂਕਰ ਹਰਕਾਇਆ, ਢਾਵੇ ਦੈ ਦਿਸ ਜਾਏ। ਲੋਭੀ ਜੰਤ ਨਾ ਜਾਣਾਈ, ਭਖ ਅਪਖ ਸਭ ਖਾਏ। ਤ੍ਰਿਗ ਖਾਣਾ ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪਾਏ ਪਿਆਰ। ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ, ਮਰ ਜੰਮੇ ਹੋਏ ਖੁਆਰ। ਸੋ ਇਸ ਤਰ੍ਹਾਂ ਵਾਸ਼ਨਾਵਾਂ ਵਿੱਚ ਗਲਤਾਨ ਹੋ ਕੇ ਸਾਡੇ ਮਨ ਵਿੱਚ ਅਕਾਲ ਪੁਰਖ ਦੀ ਭੁੱਲ ਵਾਪਰ ਜਾਂਦੀ ਹੈ ਅਤੇ ਸਾਡੀ ਚੇਤਨਤਾ ਵਿੱਚੋਂ ਨਾਮ ਦੀ ਜੀਵਨ ਰਹੁਣ ਦਾ ਅਹਿਸਾਸ ਜਾਂ ਵਿਸ਼ਵਾਸ ਉੱਡ ਜਾਂਦਾ ਹੈ ਜਾਂ ਓਪਰਾ ਜਿਹਾ ਹੋ ਜਾਂਦਾ ਹੈ, ਜਿਸ ਕਾਰਨ ਜੀਵ ਦਾ ਆਤਮਕ ਮੰਡਲ ਨਾਲ ਚੇਤਨ ਸੰਬੰਧ ਟੁੱਟ ਜਾਂਦਾ ਹੈ ਤੇ ਨਾਮ ਦੀ ਜੀਵਨ ਰਹੁਣ ਨਾਲ ਸਾਡੀ ਸਾਂਝ ਸੰਗਤ ਲੇਵਾ ਦੇਵੀ ਨਹੀਂ ਹੋ ਸਕਦੀ ਅਤੇ ਅਸੀਂ ਆਪਣੇ ਇਲਾਹੀ ਵਿਰਸੇ ਤੋਂ ਵਾਂਝੇ ਹੋ ਜਾਂਦੇ ਹਾਂ। ਇਲਾਹੀ ਮੰਡਲ ਦੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਕ ਮਾਲਾ ਦੇ ਬਾਕੀ ਮਣਕਿਆਂ ਅਥਵਾ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ ਤੇ ਉਹਨਾਂ ਦੀ ਦੈਵੀ ਦਾਮਨਕ ਸ਼ਖਸੀਅਤ ਨਾਲ ਅੰਤਰਾਤਮੇ ਮੇਲ ਜੋਲ, ਸਾਂਝ, ਸੰਗਤ, ਵਣਜ ਵਪਾਰ, ਲੇਵਾ ਦੇਵੀ ਨਹੀਂ ਹੋ ਸਕਦੀ। ਧਿਆਨ ਦੇਣਾ ਜੀ, ਜਦੋਂ ਅਸੀਂ ਵਾਸ਼ਨਾਵਾਂ ਵਿੱਚ ਗਲਤਾਨ ਹੁੰਦੇ ਹਾਂ, ਪਰਮਾਤਮਾ ਭੁੱਲ ਗਿਆ। ਪਰਮਾਤਮਾ ਜਦੋਂ ਭੁੱਲ ਗਿਆ, ਸਾਡੇ ਅੰਦਰੋਂ ਨਾਮ ਦੀ ਪ੍ਰੀਤ ਡੋਰੀ ਦਾ ਅਹਿਸਾਸ ਹੀ ਖਤਮ ਹੋ ਗਿਆ ਤੇ ਨਾਮ ਦੀ ਪ੍ਰੀਤ ਡੋਰੀ ਨਾਲੋਂ ਜਦੋਂ ਟੁੱਟ ਗਏ ਤਾਂ ਫਿਰ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲ ਵੀ ਟੁੱਟ ਜਾਂਦੇ ਹਾਂ, ਕਿਉਂਕਿ ਗੁਰਮੁਖ ਪਿਆਰ ਅੱਠੇ ਪੈਰੇ ਇਸੇ ਪ੍ਰੀਤ ਡੋਰੀ ਨਾਲ ਪਰੋਤੇ ਹੁੰਦੇ ਹਨ। ਜੇ ਅਸੀਂ ਵੀ ਪਰੋਤੇ ਹੋਈਏ ਤਾਂ ਫਿਰ ਚੇਤਨ ਸੰਬੰਧ ਹੋ ਗਿਆ। ਜਦੋਂ ਅਸੀਂ ਪ੍ਰੀਤ ਡੋਰੀ ਨਾਲੋਂ ਟੁੱਟ ਜਾਂਦੇ ਹਾਂ, ਭਾਵੇਂ ਉਹਨਾਂ ਦੇ ਸਾਹਮਣੇ ਵੀ ਬੈਠੇ ਹੋਈਏ, ਪਰ ਸਾਡਾ ਚੇਤਨ ਸੰਬੰਧ ਟੁੱਟ ਜਾਂਦਾ ਹੈ। ਇਸ ਕਾਰਨ ਉਹਨਾਂ ਦੀ ਦੈਵੀ ਦਾਮਨਿਕ ਸ਼ਖਸੀਅਤ ਨਾਲ ਅੰਤਰਾਤਮੇ ਮੇਲ ਜੋਲ, ਸੰਗਤ, ਵਣਜ ਵਪਾਰ, ਲੇਵਾ ਦੇਵੀ ਨਹੀਂ ਹੋ ਸਕਦੀ। ਇਸ ਤਰ੍ਹਾਂ ਭੁੱਲ ਦੁਆਰਾ ਆਤਮਕ ਸੋਮੇ ਅਕਾਲ ਪੁਰਖ ਤੋਂ ਵੀ ਵਿਛੜ ਜਾਂਦੇ ਹਾਂ ਤੇ ਨਾਮ ਤੋਂ ਵੀ ਅਤੇ ਸੰਗਤ ਨਾਲੋਂ ਵੀ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅਡਰੀ ਹਸਤੀ ਸਮਝਦੇ ਹਾਂ, ਜਿਸ ਕਾਰਨ ਸਾਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ। ਸਾਧ ਜਨਾ ਤੇ ਬਾਹਰੀ ਸੇ ਰਹਿਨ ਇਕੇਲੜੀਆ, ਤਨ ਇਕੇਲੜੀ ਜਿਉ ਬਿਨ ਨਾਹ ਪਿਆਰੇ। ਤਨ ਇਕੇਲੜੀ ਜਿਉ ਬਿਨ ਨਾਹ ਪਿਆਰੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ। ਆਪ ਕਮਾਣੇ ਵਿਛੜੀ, ਦੋਸ਼ ਨਾ ਕਾਹੂ ਦੇਣ। ਵਿਦਣ ਖੂਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਉਦਾਹਰਣ ਦੇ ਤੌਰ ਤੇ ਜਦ ਕੋਈ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਹੈ, ਤਦ ਤਾਈਂ ਉਹ ਮਾਲਾ ਦੇ ਮਣਕਿਆਂ ਦੇ ਪਰਿਵਾਰ ਦਾ ਮੈਂਬਰ ਹੁੰਦਾ ਹੈ ਅਤੇ ਸਮੁੱਚੀ ਮਾਲਾ ਦੀ ਸੁਹਣਪ, ਵਡਿਆਈ ਅਤੇ ਕਦਰ ਕੀਮਤ ਵਿੱਚ ਹਰ ਇੱਕ ਮਣਕੇ ਦਾ ਹਿੱਸਾ ਜਾਂ ਵਿਰਸਾ ਹੁੰਦਾ ਹੈ। ਪਰ ਮਾਲਾ ਤੋਂ ਨਿਕਲ ਕੇ ਇਕੱਲੇ ਮਣਕੇ ਦੀ ਕੋਈ ਵਡਿਆਈ ਜਾਂ ਕਦਰ ਕੀਮਤ ਨਹੀਂ ਰਹਿੰਦੀ, ਬਲਕਿ ਉਹ ਮਣਕਾ ਆਪੂ ਸਹੇੜੀ ਹੋਈ ਅਕਲ ਵਿੱਚ ਝੁਰਦਾ ਤੇ ਖੁਆਰ ਹੁੰਦਾ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਤਾਂ ਉਹ ਆਤਮਕ ਮੰਡਲ ਦੇ ਸਾਰੇ ਗੁਣਾਂ ਤੇ ਵਡਿਆਈਆਂ ਦਾ ਸਾਂਝੀਵਾਲ ਹੁੰਦਾ ਹੈ ਅਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ, ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਹੁੰਦਾ ਹੈ। ਸਿਰਫ ਸੰਗਤ ਵਿੱਚ ਸਰੀਰਕ ਤੌਰ ਨਾਲ ਆਉਣ ਨਾਲ ਹੀ ਅਸੀਂ ਗੁਰਮੁਖ ਪਿਆਰੇ ਜਾਂ ਨਾਨਕ ਪਰਿਵਾਰ ਦੇ ਮੈਂਬਰ ਨਹੀਂ ਬਣ ਸਕਦੇ। ਜਦੋਂ ਅਸੀਂ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤੇ ਹੁੰਦੇ ਹਾਂ, ਸੋ ਜਿਹੜਾ ਜਗਿਆਸੂ ਵੀ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਤਾਂ ਉਹ ਆਤਮਕ ਮੰਡਲ ਦੇ ਸਾਰੇ ਗੁਣਾਂ ਤੇ ਵਡਿਆਈਆਂ ਦਾ ਸਾਂਝੀਵਾਲ ਵੀ ਹੁੰਦਾ ਹੈ ਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ ਭਾਵ ਗੁਰਮੁਖ ਪਿਆਰੇ, ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਹੁੰਦਾ ਹੈ। ਅਤੇ ਉਹੀ ਜਗਿਆਸੂ ਦੈਵੀ ਸੰਗਤ ਦੁਆਰਾ ਆਤਮਕ ਲੇਵਾ ਦੇਵੀ ਕਰਦਾ ਤੇ ਲਾਹਾ ਲੈਂਦਾ ਹੈ, ਜਿਹੜਾ ਨਾਮ ਦੇ ਨਾਲ ਪਰੋਤਾ ਹੋਇਆ ਹੈ। ਤਨ ਮਨ ਮੋਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆ। ਸੁਖ ਬੈਸੋ ਸੰਤ ਸਜਨ ਪਰਿਵਾਰ, ਹਰ ਤਨ ਖਾਟਿਓ ਜਾਂ ਕਾ ਨਾਏ ਸੁਮਾਰ। संतन स्यों मेरी लेवा देवी, संतन स्यों व्यवहारा, संतन स्यों हम लाहा खाटियार, भगत परे पंडारा। नानक हर जस हर गुण गलाहा, सत संगत सुख सच फल पाया।
ਹੀਰੇ ਹੀਰਾ ਬੇਦਿਆ रतन माल सत्संगत चंगी। गुरसिख रतन पदार्था साध संगत मिल माल परोई। खतरनाक मुजरमां नूं काल कोठरी विच बंद कीता जांदा है, जिस दी इकल अत दुखदाई अते असह होंदी है। इसे तरह जद जीव नाम नालों टुट के माइकी मंडल विच परविरत होंदा है तां उसनूं होमे दे दीर्घ रोग अथवा दूजे भाव दा परम चिमड़ जांदा है ਅਤੇ ਉਹ ਆਪਣੇ ਆਪ ਮੈਂ ਮੇਰੀ ਦੀ ਕਾਲ ਕੋਠਰੀ ਵਿੱਚ ਕੈਦ ਰਹਿੰਦਾ ਹੈ ਅਤੇ ਸਾਰੀ ਉਮਰ ਚਿੰਤਾ ਫਿਕਰ ਡਰ ਭੈ ਦੇ ਅਗਨ ਸ਼ੋਕ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਪੈਣ, ਬਾਜ ਗੁਰੂ ਫਿਰੈ ਬਿਲਾਂਦੀ ਦੂਜੇ ਪਾਏ ਖੁਆਏ। ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜਿਓ। ਮੋਹ ਮਾਇਆ ਵਿੱਚ ਗਲਤਾਨ ਹੋਏ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਨਹੀਂ ਪਾਉਂਦੀ। ਜੇ ਦੇਖਾ ਦੇਖੀ ਜਾਂ ਰਿਵਾਜਨ ਸੰਗਤ ਵਿੱਚ ਜਾਂਦਾ ਵੀ ਹੈ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਸੰਗਤ ਵਿੱਚੋਂ ਕੋਈ ਲਾਹਾ ਨਹੀਂ ਲੈ ਸਕਦਾ। ਲਾਹਾ ਤਾਂ ਉਹ ਲੈਂਦਾ ਹੈ ਜਿਹੜਾ ਨਾਮ ਵਿੱਚ ਪਰੋਤਾ ਹੋਇਆ ਹੈ। ਜਿਹੜਾ ਮੋਹ ਮਾਇਆ ਵਿੱਚ ਗਲਤਾਨ ਹੈ, ਪਹਿਲੇ ਤਾਂ ਉਹਨੂੰ ਸੰਗਤ ਚੰਗੀ ਲੱਗਦੀ ਨਹੀਂ। ਜੇ ਰਿਵਾਜਨ ਆ ਵੀ ਜਾਵੇ ਸੰਗਤ ਵਿੱਚ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਸੰਗਤ ਵਿੱਚੋਂ ਕੋਈ ਲਾਹਾ ਨਹੀਂ ਲੈ ਸਕਦਾ। ਜਿਨਕੇ ਚਿਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾਂ ਚਿਤ ਉਦਾਸ। ਓਏ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ। ਸੱਚਾ ਸ਼ਾਉ ਸੱਚੇ ਵਣਜਾਰੇ ਉਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਪਾਵਈ ਦੁਖੀ ਮਾਏ ਪਚਨ। ਕਬੀਰ पापी भगत ना पावई हर पूजा ना सुहाए, माखी चंदन पर हरै जय बिगन तै जाए। साध संगत गुर शब्द सुन गुरमुख पंथ ना चाल चलंदे, कपट से नहीं फल ना लहांदे। सुनदे हन पर चलदे नहीं मार्ग ते, कपट से नहीं फल ना लहांदे। सो जद अकाल पुरख दी याद जीव दी चेतनता विचों निकल जावे या ढीली पै जावे। ढीली पै जाण तो पाओ कि 10-15 मिनट जप ले, फिर 3-4 घंटे मस्तियां मार लिया, फिर 15-20 मिनट जप लिया। इस तरह पक्की याद नहीं रहिंदी, वो ढीली याद है। जद अकाल पुरख दी याद जीव दी चेतनता विचों निकल जावे या ढीली पै जावे तां की हुंदा है, परमात्मा दे प्रति साडा विश्वास घट जांदा है। या हुंदा है तां दिमागी। जदों विश्वास घट जांदा है तां होमे दी मैं मेरी अथवा दूजे भाव दा वर्तारा हो जांदा है। फिर इस दूजे भाव अथवा हौंतारी चेतनता द्वारा मैं मेरी खुदगर्जी ईर्खा द्वैत वैर विरोध काम क्रोध लोभ मोह हंकार आदि सारियां मायकी वासनावां सहजे जीव नूं आ चिंबड़दियां हन। फिर जीव इन्हां दा अभ्यास करदा है ते इन्हां दे अभ्यास नाल साडे मन उते होर परम दी काई अथवा मायकी मैल चढ़दी जांदी है, जिस तो कि असी आत्मक मंडल तो जिहड़ा पहले दुरेडे सां होर भी दुरेडे ते अशरदक हो जांदे हां। हर एक जीव दे मायकी ख्याल समझ निश्चय अड्डो अड्ड होण करके साडे जीवन दे तजर्बे भी विलखण होंदे हन ते साडे अंतशकरण दी रंगत भी भिन्न भिन्न होंदी है। इस कारण हौंतारी अते नाम नालों टुटिया होया जीवां दी सोचनी समझ ख्याल निश्चय शरदा रीझां आसां स्वाद कर्म धर्म क्रिया अथवा जीवन दे सारियां पक्षां विच अंतर अथवा फर्क होंदा है। मायकी जीवन दे इस अंतर दी वजह नाल जीवां दा आपस विच मतभेद वाद विवाद झगड़े लड़ाइयां खून खराबे जुल्म होने लाजमी हन, जिस दा प्रतक्ष सबूत साडे दिलां विच घरां विच परिवारां विच संबंधियां विच विद्यक अस्थानां विच धार्मिक अस्थानां विच धर्मां विच सरकारी महकमियां विच कौमां विच देशां विच विश्व विच प्रगट पहारे दिस रहा है। इस दा मूल कारण है परमात्मा दी भुल ते नाम दी प्रीत डोरी नालों विछड़ जाना। इन्हां सारियां झगड़ा लड़ाई दा भावें घरां विच आन कि देशां विच या मजहबां विच। सो फिर दोहरा दईए कि जद असी साध संगत विच आके स्वास स्वास सिमरन करदे हां, वाहिगुरू वाहिगुरू दा जाप करदे हां ध्यान नाल, तां की हुंदा है साडा मन दा रुख आत्म परायण हो जांदा है। फिर बाहर साडा ध्यान नहीं रहिंदा, कौन की करदा है किवें आंदा है किदे औगण कुछ नजर नहीं आंदे, अंतर्मुखी हो जांदा है। ते अंतर्मुखी जदों हुंदा है तां फिर असी नाम दी अनहद धुनी विच मस्त हो के अकाल पुरख दी प्रीत डोरी विच परोता जांदा है ओ जग्यासु अते हुक्म अथवा इलाही पाणे नाल सुर होए संगियां साथियां साधा संतां गुरमुख प्यारियां महापुरखां दी संगत विच अमृत भोजन अथवा नाम दी सांझ लेवा देवी वणज व्यापार सौदा करदा है ते लाहा लैके आत्मक आनंद माणदा है।
ਕਿਹੜਾ ਜਗਿਆਸੂ? ਜਿਹੜਾ ਸਵਾਸ ਸਵਾਸ ਸਿਮਰਨ ਕਰਕੇ ਆਤਮ ਪਰਾਇਣ ਹੋ ਜਾਂਦਾ ਹੈ। ਪਰ ਇੱਥੇ ਇੱਕ ਧਿਆਨ ਦੇਣ ਯੋਗ ਨੁਕਤਾ ਇਹ ਹੈ ਕਿ ਜਿਹੜਾ ਵੀ ਇਸ ਨਾਮ ਦੀ ਪੀੜ ਡੋਰੀ ਵਿੱਚ ਪਰੋਤਾ ਹੋਇਆ ਹੈ, ਪਰ ਇਹ ਨਾ ਸਮਝੇ ਕਿ ਘਰ ਬੈਠਿਆ ਹੀ ਵਣਜ ਵਪਾਰ ਹੋ ਜਾਏਗਾ। ਇੱਥੇ ਲਫ਼ਜ਼ ਇਹ ਲਿਖਿਆ ਹੈ ਕਿ ਇਲਾਹੀ ਭਾਣੇ ਨਾਲ ਸੁਰ ਹੋਏ ਸੰਗੀਆਂ ਸਾਥੀਆਂ ਸਾਧਾਂ ਸੰਤਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਅੰਮ੍ਰਿਤ ਭੋਜਨ ਅਥਵਾ ਨਾਮ ਦੀ ਲੇਵਾ ਦੇਵੀ ਜਾਂ ਵਣਜ ਵਪਾਰ ਕਰਦਾ ਤੇ ਆਤਮਕ ਲਾਹਾ ਮਾਣਦਾ ਹੈ। ਪਰ ਸੰਗਤ ਸਰੀਰਕ ਤੌਰ ਤੇ ਵੀ ਆਣਾ ਲਾਜ਼ਮੀ ਹੈ, ਪਰ ਸਰੀਰ ਇਸ ਸੰਗਤ ਵਿੱਚ ਆ ਕੇ ਲਾਹਾ ਲੈਣ ਲਈ ਸਵਾਸ ਸਵਾਸ ਸਿਮਰਨ ਕਰਕੇ ਅੰਤਰਮੁਖੀ ਹੋਣਾ ਜ਼ਰੂਰੀ ਹੈ। ਤਾਂ ਹੀ ਸਾਡੀ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲ ਸੰਬੰਧ ਜੁੜੇਗਾ ਤੇ ਉਹਨਾਂ ਨਾਲ ਆਤਮਕ ਲੇਵਾ ਦੇਵੀ ਭਾਵ ਜੋ ਵੀ ਉਹਨਾਂ ਦੇ ਵਿਚਕਾਰ ਗੁਣ ਹਨ ਇਲਾਹੀ, ਉਹ ਸਾਡੇ ਅੰਦਰ ਪ੍ਰਵੇਸ਼ ਕਰਨਗੇ। ਇਸ ਦੇ ਐਨ ਉਲਟ ਇਲਾਹੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਅਥਵਾ ਅਕਾਲ ਪੁਰਖ ਨੂੰ ਭੁੱਲ ਕੇ ਅਸੀਂ ਸੱਚੀ ਸੁੱਚੀ ਆਤਮਕ ਸਾਧ ਸੰਗਤ ਅਥਵਾ ਸਤਸੰਗਤ ਤੋਂ ਵਾਂਝੇ ਰਹਿੰਦੇ ਹਾਂ। ਸਰੀਰਕ ਤੌਰ ਤੇ ਆ ਜਾਂਦੇ ਹਾਂ, ਪਰ ਆਤਮਕ ਤੌਰ ਤੇ ਵਾਂਝੇ ਰਹਿੰਦੇ ਹਾਂ ਅਤੇ ਮਨਮੁਖ ਬਣ ਕੇ ਮਾਇਕੀ ਮੰਡਲ ਦੇ ਬਿਖਮ ਸੋਖ ਸਾਗਰ ਅਥਵਾ ਭੌਜਲ ਬਿਖਮ ਅਸਗਾ ਵਿੱਚ ਪਲਚ ਪਲਚ ਕੇ ਮਰਦੇ ਜੰਮਦੇ ਤੇ ਨਰਕ ਭੋਗਦੇ। ਸਾਧ ਸੰਗਤ ਸਿਓ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੇ, ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਣ ਪਾਪੀ ਜਮ ਖਾਇਆ। ਇਹ ਆਤਮਕ ਤੌਰ ਤੇ ਲੇਵਾ ਦੇਵੀ ਤੋਂ ਭਾਵ ਹੈ। ਇੱਥੇ मोह रोग सोग तन बाध्यो बहु जोनी परमाई है, टिक न पावे बिन सत्संगत किस आगे जाए रोआई है। साध संगत बिन परम हुई करती करम अनेक, कोमल बंधन बांधिया नानक कर मैं लेख। मनमुख आवे मनमुख जावे, मनमुख फिर चोटा खावे, जितने नरक से मनमुख भोगे गुरमुख लेप न मासा है। सो जीव दे अंतरात्मे इलाही जोत होण करके जीव दी चेतनता अथवा अंतशकरण दियां गहराइयां विच प्रीत प्रेम प्यार दी खिच अनजाने ही गुझी तौर ते परविरत है। वो जिहड़ी प्रीत डोरी परमात्मा ने साडे अंदर पाई है, उस द्वारा साडे अंदर प्रीत प्यार खिच मौजूद है दोनों मंडलां विच, मायकी मंडल विच ते आत्मक मंडल विच भी। इसे मायकी मंडल विच भी जीवां दी आपस विच मानसिक खिच भाईचारक मेलजोल बनिया होया है। इसे प्रीत डोरी दे कारण जिसनू मोह किया जाता है, ये मोह कायनात दियां सारियां जूनां विच परविरत है। इसे करके जानवर अते पंछी आदि टोलियां या डारां विच रहिंदे हन ते इंसान परिवारां पिंडां ते शहरां विच इकट्ठे समाज दे रूप विच रहिंदे हन। कुर्बान कीता तिसै विटों जिन मोह मीठा लाया। सो मायकी मंडल विच इस प्रीत डोरी दा स्वरूप की है? मोह। माया मोह सब जगत उपाया, इस जग में मोह है पसारा। ते आत्मक मंडल दी प्रीत प्यार दी खिच अथवा प्रीत डोरी विच अनंत प्रभु दा भाख्या पाव अपार वाला स्वरूप प्रवृत्त होने करके इस सुखदाई आनंदमयी अते बिस्मादी है। इस प्रीत डोरी दी खिच आत्मक मंडल विच भी है, पर उथे की है? भाख्या पाव अपार वाला स्वरूप प्रवृत्त होने करके इस सुखदाई है, आनंदमयी है ते विस्मादी है। इस इलाही प्यार दी परम खेल नू खेलन वाले गुरमुख प्यारियां नू गुरमुख साध भगत हरजन आदि नामां नाल सन्मानिया गया है। जेड़ा के प्रीत डोरी आत्मक मंडल विच परविरत है ते उस आत्मक मंडल दी प्रीत डोरी दी परम खेल नू खेलदे हन, ओह हन गुरमुख जन। अते इन्हां महापुरखां दे नाल संग करन, मेल जोल करन, फिर सांझ करन, लेवा देवी करन ते वणज वपार करन नू ही गुरबाणी विच साध संगत अथवा सत्संगत किया गया है। निरा संग ते मेल जोल करना नहीं, बल्कि लेवा देवी करण ते वणज वपार करण नू साध संगत किया गया है। आवो साजन संत मीत प्यारे, मिल गावे गुण अगम अपारे। सत्संगत मिली है हर साधु, मिल संगत हर गुण गाए। संत है संग संत सब आखन, हर कीर्तन मन जागे। राम मोको हर जन मेल मन पावे, अम्यो अम्यो हर रस है मीठा, मिल संत जना मुख पावे। हर जन सगल उदारे संग के, भये पुनीत पवित्र मन, जन्म जन्म के दुख हरे। वाहिगुरु जी का खालसा, वाहिगुरु।